ਹੈਲੋ ਗਾਇਜ਼, ਵੈਲਕਮ ਕਰਨਾ ਤੁਹਾਨੂੰ ਆਪਣੇ YouTube ਚੈਨਲ ਤੇ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਕੋਲ ਹਾਜ਼ਰ ਹੋਏ ਹਾਂ। ਅੱਜ ਜਿਹੜੀ ਵੀਡੀਓ ਦੋਸਤੋ ਉਹ ਵੀ ਈਦ ਮਿਲਾਦੁਨ ਨਬੀ ਦੇ ਰਿਲੇਟਿਡ ਹੀ ਹੈ। ਤੇ ਤੁਹਾਨੂੰ ਪਤਾ 2 ਤੋਂ 3 ਦਿਨ ਪਹਿਲੇ ਜਿਹੜਾ 12 ਰਬੀਉਲ ਗੁਜ਼ਰ ਕੇ ਗਈ ਹੈ ਤੇ ਮੁਸਲਮਾਨਾਂ ਨੇ ਈਦ ਮਿਲਾਦੁਨ ਨਬੀ ਬੜੇ ਜੋਸ਼ੋ ਖਰੋਸ਼ ਨਾਲ ਤੇ ਬੜੇ ਧੂਮਧਾਮ ਨਾਲ ਜਿਹੜੀ ਇਹ ਨਾ ਮਨਾਈ ਹੈ। ਤੇ ਈਦ ਮਿਲਾਦੁਨ ਨਬੀ ਤੁਹਾਨੂੰ ਪਤਾ ਫਿਰ ਜਦੋਂ ਵੀ ਕੋਈ ਇਹੋ ਜਿਹਾ ਕੰਮ ਹੋਏ ਤੇ ਕੁਛ ਪਾਕਿਸਤਾਨ ਦੇ ਵਿੱਚ ਵੀ ਕੁਛ ਫਿਰਕੇ ਐਸੇ ਨੇ ਜਿਨ੍ਹਾਂ ਨੂੰ ਹਜ਼ਮ ਨਹੀਂ ਹੁੰਦੀ ਈਦ ਮਿਲਾਦੁਨ ਨਬੀ, ਕੁਛ ਬੇਵਕੂਫ ਜਾਂ ਜਿਨ੍ਹਾਂ ਦੀ ਅਕਲ ਮਾੜੀ ਗਈ ਹੁੰਦੀ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਨੇ ਨਾ ਈਦ ਮਿਲਾਦੁਨ ਨਬੀ ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀਆਂ, ਹਜ਼ਮ ਨਹੀਂ ਹੁੰਦੀਆਂ। ਤਾਂ ਫਿਰ ਉਹ ਸਵਾਲ ਚੁੱਕਦੇ ਨੇ, ਪੁੱਠੇ ਸਿੱਧੇ ਸਵਾਲ ਚੁੱਕਦੇ ਨੇ। ਦਿਮਾਗੀ ਤਵਾਜ਼ਨ ਜਦੋਂ ਖਰਾਬ ਹੁੰਦਾ ਜ਼ਾਰੀ ਕਰੇ ਇਨਸਾਨ ਨੇ ਪੁੱਠੇ ਸਿੱਧੇ ਸਵਾਲ ਜਿਹੜੇ ਨੇ ਚੁੱਕਣੇ ਹੁੰਦੇ ਨੇ। ਤੇ ਉਹ ਵੀ ਇੱਕ ਫਿਰਕਾ, ਕੋਈ ਫਿਰਕੇ ਐਸੇ ਨੇ ਜਿਹੜੇ ਸਵਾਲ ਚੁੱਕਦੇ ਨੇ ਜੀ ਈਦ ਮਿਲਾਦੁਨ ਨਬੀ ਜਾਇਜ਼ ਹੈ ਕਿ ਨਹੀਂ ਹੈ। ਤੇ ਉਹਨਾਂ ਲਈ ਮੇਰਾ ਇੱਕ ਛੋਟਾ ਜਿਹਾ ਜਵਾਬ ਹੈ ਕਿ ਜਦੋਂ ਤੂੰ ਪੈਦਾ ਹੁੰਦਾ ਹੈ ਜਾਂ ਜਦੋਂ ਤੂੰ ਪੈਦਾ ਹੋਇਆ ਹੈ, ਜਿਸ ਦਿਨ ਤੂੰ ਹਰ ਸਾਲ ਉਸੇ ਦਿਨ ਕੇਕ ਲਿਆਉਣਾ, ਖਾਣੇ ਪਕਾਉਣਾ, ਇੰਨੇ ਲਜ਼ੀਜ਼ ਐਡੇ ਮਜ਼ੇ ਦੇ ਤੂੰ ਖਾਣੇ ਪਕਾ ਕੇ ਆਪਣੇ ਘਰ ਵਾਲਿਆਂ ਨੂੰ, ਇਸ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਖਾਨਦਾਨ ਨੂੰ, ਆਪਣੇ ਦੋਸਤਾਂ ਨੂੰ ਤੂੰ ਖਵਾਉਣਾ ਤੇ ਉਹਨਾਂ ਨੂੰ ਨਾਲ ਤੂੰ ਆਪਣੀ ਜਿਹੜੀ ਇਹ ਵਿਲਾਦਤ ਵਾਲੇ ਦਿਨ ਸੈਲੀਬ੍ਰੇਟ ਕਰਨਾ ਹੈ। ਤੇ ਤੈਨੂੰ ਆਪਣੀ ਵਿਲਾਦਤ ਦੀ ਇੰਨੀ ਖੁਸ਼ੀ ਹੈ ਤੇ ਤੈਨੂੰ ਉਹਨਾਂ ਦੀ ਵਿਲਾਦਤ ਦੀ ਨਹੀਂ ਖੁਸ਼ੀ ਹੈ ਜਿਨ੍ਹਾਂ ਦੀ ਵਜ੍ਹਾ ਤੋਂ ਤੂੰ ਪੈਦਾ ਹੋਇਆ, ਜਿਨ੍ਹਾਂ ਦੀ ਵਜ੍ਹਾ ਤੋਂ ਇਹ ਜ਼ਮੀਨੋਂ ਆਸਮਾਨ ਪੈਦਾ ਕੀਤੇ ਗਏ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਇਹ ਦੋਨੋਂ ਜਹਾਨ ਪੈਦਾ ਕੀਤੇ ਗਏ ਨੇ। ਜੇ ਉਹ ਨਾ ਹੁੰਦੇ ਤਾਂ ਦੁਨੀਆ 'ਤੇ ਕੁਝ ਵੀ ਨਹੀਂ ਹੋਣਾ। ਤੇ ਉਹਨਾਂ ਦੀ ਜਦੋਂ ਵਿਲਾਦਤ ਦਾ ਦਿਨ ਆਉਂਦਾ ਤਾਂ ਤੁਸੀਂ ਇਹ ਪੁੱਛਣ ਲੱਗ ਪੈਂਦੇ ਹੋ ਜੀ ਇਹ ਮਿਲਾਦ ਜਾਇਜ਼ ਹੈ ਕਿ ਨਹੀਂ ਜਾਇਜ਼। ਤੇ 100% ਜਾਇਜ਼ ਹੈ ਮਿਲਾਦ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਜਦੋਂ ਸਵਾਲ ਚੁੱਕਿਆ ਜਾਂਦਾ ਸਾਰੀ ਗੱਲ, ਫਿਰ ਕੁਛ ਉਲਮਾ ਕਰਾਮ ਹੁੰਦੇ ਨੇ ਜਿਨ੍ਹਾਂ ਨੇ ਫਿਰ ਇਹਨਾਂ ਦਾ ਕਿਉਂਕਿ ਜਦੋਂ ਸਵਾਲ ਚੁੱਕਿਆ ਜਾਂਦਾ ਫਿਰ ਕਈ ਲੋਕ ਹੁੰਦੇ ਨੇ ਉਹਨਾਂ ਦਾ ਜ਼ਿਹਨ 'ਚ ਗੱਲ ਬਹਿ ਜਾਂਦੀ ਹੈ, ਉਹ ਵੀ ਸੋਚਦੇ ਨੇ ਜਾਇਜ਼ ਹੈ ਕਿ ਨਹੀਂ ਹੈ। ਤੇ ਫਿਰ ਉਹਨਾਂ ਨੂੰ ਜਿਹੜਾ ਨਾ ਉਹਨਾਂ ਦੇ ਜ਼ਿਹਨ ਦੇ ਵਿੱਚ ਉਲਮਾ ਕਰਾਮ ਨੇ ਫਿਰ ਗੱਲ ਉਤਾਰਨ ਲਈ ਕਿ ਮਿਲਾਦ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ। ਤੇ ਮੁਖਤਲਿਫ ਉਲਮਾ ਕਰਾਮ ਨੇ ਆਪਣੀ ਰਾਏ ਦਾ ਇਜ਼ਹਾਰ ਕੀਤਾ। ਤੇ ਬਾਕੀ ਸਾਡੇ ਵੱਲੋਂ ਤੇ ਉਲਮਾ ਕਰਾਮ ਦੀ ਤੁਸੀਂ ਰਾਏ ਵੀ ਸੁਣ ਸਕਦੇ ਹੋ। ਉਸ ਤੋਂ ਇਲਾਵਾ 100% ਜਾਇਜ਼ ਹੈ। ਤੇ ਇਹ ਮੈਂ ਤੁਹਾਨੂੰ ਪਹਿਲੇ ਆਖਿਆ ਗਿਆ ਜਿਹੜਾ ਵੀ ਪੁੱਛਦਾ ਸਵਾਲ ਉਹਨਾਂ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਹੈ। ਸਾਰੀ ਗੱਲ ਜਦੋਂ ਦਿਮਾਗੀ ਤਵਾਜ਼ਨ ਠੀਕ ਨਹੀਂ ਹੁੰਦਾ ਤਾਂ ਪੁੱਠੇ ਸਿੱਧੇ ਸਵਾਲ ਹੀ ਪੁੱਛਣੇ ਨੇ। ਤੇ ਉਲਮਾ ਕਰਾਮ ਦੀ ਜਿਹੜੀ ਇਹਨਾਂ ਰਾਏ ਵੇਖਣੀ ਆ, ਉਹਨਾਂ ਦਾ ਤਜ਼ੀਆ ਵੇਖਣੀ ਆ, ਜਾਂ ਉਹਨਾਂ ਦੀ ਜਿਹੜੀ ਰਾਏ ਵੇ ਉਹ ਵੇਖਣੀ ਆ ਕਿ ਉਹ ਕੀ ਕਹਿੰਦੇ ਨੇ। ਤੇ ਉਂਝ 100% ਜਾਇਜ਼ ਹੈ। ਤੇ ਵੀਡੀਓ ਦਾ ਟਾਈਟਲ ਵੀ ਅੱਜ ਇਹ ਹੈ ਕਿ ਮਿਲਾਦ ਮਨਾना ਜਾਇਜ਼ ਹੈ ਜਾਂ ਨਹੀਂ, ਰਬੀਉਲ ਅव्वल ईद मिलादुल नबी जायज़ है। वैरी इमोशनल बयान है। तो मुख्तलिफ उलमा कराम ने यह वीडियो का टाइटल है। तो मुख्तलिफ उलमा कराम ने जिन्होंने अपनी राय का इजहार किया है। तो वीडियो देखो तो जो तुम चैनल पर मैं किसी रिकमेंडेड वीडियो तो मैं रिएक्शन देव वो करना वीडियो का लिंक लैके मैंने कमेंट बॉक्स या मैं इंस्टाग्राम पर भेज छड़ना है। ओरिजिनल वीडियो का लिंक मिलेगा ਤੁਹਾਨੂੰ डिस्क्रिप्शन उन्होंने चैनल ਨੂੰ ਲਾਜ਼ਮੀ ਸਬਸਕ੍ਰਾਈਬ करना है। उस तो पहले मेरे चैनल ਨੂੰ ਸਬਸਕ੍ਰਾਈਬ करो। तो बाकी ਵੇਖਨੇ ਆ ਉਲਮਾ ਕਰਾਮ ਦੀ ਕੀ ਰਾਏ ਵੈਸੇ ਇਸ ਬਾਰੇ ਦੇ ਵਿੱਚ। ਤੇ ਮਿਲਦੇ ਆ ਤੁਹਾਨੂੰ ਵੀਡੀਓ ਤੋਂ ਬਾਅਦ। ਪਹਿਲੇ ਵੀਡੀਓ ਵੇਖ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਵੀਡੀਓ ਤੋਂ ਬਾਅਦ। ਲੈਟ ਅਸ ਸਟਾਰਟ ਦਾ ਵੀਡੀਓ। अब जितने भी मसालक और मज़हब के अंदर होते हैं, प्रोग्राम हैं, जलसे हैं, तकरीबात हैं, जुलूस हैं, तो इस तरह का स्टाइल उस दौर में तो यकीनन था नहीं। मरूद ज़माना के साथ जो ये चीज़ें आ गई, लेकिन रूह अगर वही है तो इख्तलाफ नहीं है। बाकी इस उन्वान से बैठे हों, बात की हो, तो ये सही हदीस से साबित है। हज़रत अमीर मुआविया रज़ी अल्लाह ताला अन्हु की मरवियात से है कि हुज़ूर अलैहिस्सलाम मस्जिद नबवी में तशरीफ़ लाए तो सहाबा बैठे हुए थे। तो बैठ करके वो उनका बाहमी किसी उन्वान से गुफ्तगू का, जलसे का स्टाइल था। बल्कि हदीस के लफ्ज़ हैं कि हुजूर आए तो फरमाया मा अजलसकुम, तुम क्यों बैठे हुए हो, तुम्हारे इस जुलूस का, बैठने का, जलसे का क्या मकसद है। तो सहाबा ने जो जवाब दिया वो सुनने के काबिल है। उन्होंने कहा जलसना नज़कुरुल्लाह व नहमदुहु अला मा हदाना लिल इस्लाम व मन्ना अलैना बिका। हुजूर हमारे बैठने का मकसद ये है कि हम अल्लाह की हम्द बोल रहे हैं, उसकी सना कर रहे हैं, उसका शुक्रिया अदा कर रहे हैं इस बात पर कि उसने हमें हिदायत इस्लाम दी और आपकी सूरत में हमारे ऊपर करम फरमाया। व मन्ना अलैना बिका, आपकी सूरत में हमारे ऊपर करम किया। तो मुझे बताइए आज अगर मैं और आप बैठ जाएं और जमा हो जाएं, चलो बैठने की जगह पर चरागां भी कर लें, नीचे अच्छी चटाइयां भी बिछा लें। अब इतनी आवाजें नहीं है कि जोर से बोलकर आखिरी शख्स तक आवाज पहुंचाई जाए। चलो सहूलत के लिए लाउड स्पीकर भी लगा लें। कोई दूरों नजदीक से लोग आए हैं उनके लिए कोई खाने का, शीरीनी का इंतजाम भी कर लें। तो इसमें क्या कबाहत होगी।
یہ کیا بالکل اسی مجلس کا تسلسل دکھائی نہیں دیتا؟ ہاں اگر ضد ہے تو اس پر بڑی باتیں کی جا سکتی ہیں اور کی بھی جاتی ہیں، لیکن اگر ضد نہیں ہے، انصاف کی نظر سے دیکھا جائے تو اگر اسی عنوان سے میں بیٹھ جاؤں اور آپ بیٹھ جائیں اور ہم جو ہے وہ اپنے رزق سے اس کے لیے کوئی دوستوں کے لیے اہتمام بھی کھانے کا کر لیں اور حضور علیہ السلام کی سیرت کو عنوان چھیڑ لیں، فضائل و مناقب کی باتیں کر لیں، تو اس میں کوئی قباحت نہیں ہوگی۔ لوگ کہتے ہیں جی میلاد کہاں لکھا؟ میں نے کہا حضور نے میلاد سارے نبیوں کا تذکرہ سننے کے بعد پھر حضور نے اپنی شان خود بیان فرمائی۔ وہ تو کوئی جانور بھی خوش ہوئے۔ میں تو حیران ہوتا ہوں کہ لوگ میلاد شریف کے مہینے میں آ کر لوگوں کو دلیلیں مانگتے ہیں۔ میں نے کہا بے وقوف، حضور کی تشریف آوری پر تو جانور بھی خوش ہو گئے، درندے بھی خوش ہو گئے، پرندے بھی خوش ہو گئے، دریا بھی خوش ہو گئے، آگ بھی خوشی میں آ کر اس نے پانی کی شکل اختیار کر، ٹھنڈی ہو گئی نا، پانی کا کام ہے ٹھنڈا ہونا۔ ہاں تو پانی کے اندر آگ کی خاصیت پیدا ہو گئی اور آگ کے اندر پانی کی خاصیت پیدا ہو گئی۔ پتہ نہیں تو کیسا مسلمان ہے کہ تو اس پر بھی دلیلیں مانگتا ہے۔ حضور خود نبیوں کا تذکرہ سننے کے بعد حضور نے فرمایا ہاں باتیں ایسی ہی ہے، لیکن الا وانا حبیب اللہ ولا فخرہ، میں اللہ کا محبوب ہوں۔ ہاں وانا اول شافع وانا اول مشفع یوم القیامہ، فرمایا سب سے پہلے قیامت والے دن میں ہی شفاعت کروں گا اور سب سے پہلے میری ہی شفاعت کو قبول کیا جائے گا۔ ولا فخرہ وانا حامل لواء الحمد تحت آدم فمن دونہ یوم القیامت ولا فخرہ، فرمایا جانتے ہو لواء الحمد اس دن میرے ہاتھ کے اندر ہوگا۔ حضور نے فرمایا لواء الحمد میرے ہاتھ میں ہوگا اور اس جھنڈے کے نیچے جناب آدم سے لے کر جناب عیسیٰ تک سارے انبیاء بھی اس جھنڈے کے نیچے ہوں۔ کچھ لوگ کہتے ہیں 12 ربیع الاول کو حضور کی وفات ہے، اس دن جشن منانا کیسے؟ وفات کا غم یا جشن وہ منائیں جن کے مر گئے۔ میرا نبی زندہ ہے، میرا نبی زندہ ہے۔ ہر وفات کا غم جس کو منانا منائے، میرا نبی زندہ ہے۔ وہ زندہ نہ ہو تو کائنات زندہ رہ سکتی۔ کتاب کا نام آب حیات، لکھنے والے جناب محمد قاسم نانوتوی، جن کو مدرسہ دیوبند کا بانی کہا جاتا ہے، انہوں نے پوری کتاب لکھی ہے۔ کیا نام ہے؟ آب حیات۔ وہ لکھتے ہیں ایک لمحے کو حضور مر جائیں کائنات نہیں رہ سکتی۔ پہلے ان کو جواب دو پھر مجھے دے لو۔ دیکھیں اللہ تبارک و تعالیٰ نے قرآن عظیم میں ارشاد فرمایا کہ هو الذی خلق لکم ما فی الارض جمیعا، اللہ تعالیٰ وہ ذات ہے جس نے زمین پر جو کچھ ہے سب کا سب تمہارے نفع کے لیے پیدا کیا ہے، لہٰذا جس سے ہم جس چیز سے بھی دنیاوی نفع اخروی نفع حاصل کرنا چاہیں اس آیت کی روشنی میں کر سکتے ہیں، ہمارے لیے طیب ہے، حلال ہے۔ اب اس سے وہی چیزیں باہر ہوں گی جن کے بارے میں قرآن و حدیث میں کوئی ممانعت آئے گی۔ مثال کے طور پہ ایک شخص شراب کی بوتل لیتا ہے اور یہی آیت پڑھتا ہے کہ اللہ تعالیٰ نے تو فرمایا ہے کہ جو کچھ زمین پہ سب تمہارے لیے حلال ہے، تو اس لیے پھر یہ بوتل شراب پینا بھی جائز ہوگا۔ ہم کہیں گے نہیں، یہ آیت اپنی جگہ ہے، لیکن اللہ تعالیٰ نے شراب کو حرام قرار دیا۔ دیکھو یہ آیت اجتنبوا کا قول ہے، لہذا شراب حرام ہے۔ کوئی کہے میں سور کھاؤں، ہم کہیں گے نہیں، اس آیت کے تحت آپ سور نہیں کھا سکتے، کیونکہ اللہ تعالیٰ نے سور کی ممانعت فرما دی ہے۔ گویا کہ جس چیز کے بارے میں قرآن و حدیث میں ممانعت آئے گی، اس آیت کے عام حکم سے وہ چیز خارج ہوتی جائے گی۔ تو معلوم یہ ہوا کہ اصل جواز کی دلیل دینا ضروری نہیں ہے، وہ تو آیت کہہ رہی ہے سب کچھ تمہارے لیے جائز ہے۔ اصل دلیل چاہیے حرمت کی، اصل دلیل چاہیے کسی چیز کو ناپاک اور نجس قرار دینے کی۔ لہٰذا اب یہ کویسچن پیدا ہوتا ہے کہ اگر میلاد جائز نہیں ہے تو آپ قرآن یا حدیث سے کوئی دلیل پیش کریں۔ اگر نعت شریف پڑھنا جائز نہیں ہے، نعت خوانی، تو قرآن و حدیث میں دکھائیں۔ اللہ تعالیٰ نے کہیں فرمایا ہو میلاد مت کرو، کہیں اللہ نے فرمایا ہو نعت مت پڑھو، سرکار نے ایسا کیا ہو، صحابہ کرام نے منع کیا ہو، نہیں تو اس جواز والی آیت کے تحت یہ آئے گا اور سب جائز ہیں۔ محفل میلاد ضرور کرانی ہے انشاءاللہ، اور گاج واج کے کرانی ہے انشاءاللہ، اور اپنے اپنے گھر میں کرانی ہے انشاءاللہ، اور کوشش کریں کہ 12 ربیع الاول والے دن فجر کی نماز کے بعد تو ضرور درود شریف پڑھنا ہے، محفل کرنی، کوئی کمزوری نہیں کر۔ اس کے لیے ضروری نہیں کہ آپ خطیب ہی بلائیں، آپ نعت خواہ بلائیں، آپ اپنے بیٹے کو یاد کرائیں، ایک تلاوت کرے، ایک نعت پڑھے،
और फिर थोड़ी देर बैठ के हुजूर सैयद आलम की तारीफ़ें करें और सुने। आप खुद कोई बात करें नबी पाक की, तो इतने जुमे पढ़े हुए, इतनी बातें सुनी हुई हैं, आप खुद दुरूद शरीफ पढ़ें और फिर जो लंगर वो आप तकसीम कर दें, मिलाद शरीफ हो गया। और बड़ा बड़ा एजाज़ लोग करते हैं, तो आपको इतना सारा हुजूर के नाम पे मिला है, तो मेहरबानी करें मिलाद शरीफ के अय्याम आए, यहाँ जब आपके पास कोई शख्स आए वक्त के लिए, तो चीज़ों को पैसों में तो ना तोलें। आप देखें आपको कोई कमी छोड़ी है, आप सबसे अच्छा खाते हैं, अच्छा पहनते हैं, और फिर इस तरह की चीज़ें जब आती हैं सामने तो वो तकलीफ़ का बायस बनती है। अल्लाह तबारक व तआला फजल करेगा, अल्लाह ताला बड़ा नवाजेगा। ये सब तुम्हारा करम। जी तो दोस्तों ऐसी आई थी वीडियो, उम्मीद करना ਤੁਹਾਨੂੰ ਪਸੰਦ ਆਈ ਹੋਏਗੀ ਤੇ ਤੁਸੀਂ ਮੁਖਤਲਿਫ ਉਲਮਾ ਕਰਾਮ ਦੀ ਰਾਏ ਲਈ ਹੋਏਗੀ, ਸੁਣੀ ਹੋਏਗੀ, ਉਹਨਾਂ ਕੀ ਆਖਿਆ ਤੇ ਇਹਨਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਤੇ ਮਿਲਾਦ ਵਾਕਈ ਹਰ ਇੱਕ ਨੂੰ ਮਨਾਉਣਾ ਚਾਹੀਦਾ, 100% ਮਨਾਉਣਾ ਚਾਹੀਦਾ। ਤੇ ਉਸ ਤੋਂ ਇਲਾਵਾ ਉਮੀਦ ਹੈ ਕਿ ਜਿਨ੍ਹਾਂ ਦੇ ਜ਼ਿਹਨ 'ਚ ਥੋੜ੍ਹਾ ਜਿਹਾ ਕੀੜਾ ਪੈਦਾ ਹੋ ਰਿਹਾ ਹੈ ਕਿ ਮਿਲਾਦ ਮਨਾਉਣਾ ਜਾਇਜ਼ ਹੈ ਕਿ ਨਹੀਂ ਜਾਇਜ਼, ਉਹਨਾਂ ਦਾ ਕੀੜਾ ਮਰ ਗਿਆ ਹੋਏਗਾ। ਤੇ ਜੇ ਨਹੀਂ ਇਹ ਵੀ ਮਰਿਆ ਤੇ ਉਹ ਆਪਣਾ ਜ਼ਿਹਨੀ ਤਵਾਜ਼ਨ ਜਿਹੜਾ ਨਾ ਜ਼ਿਹਨ ਦਾ ਇਲਾਜ ਕਰਾ ਸਕਦੇ ਨੇ, ਕਿਉਂਕਿ ਹੋਰ ਉਸ ਤੋਂ ਇਲਾਵਾ ਕੋਈ ਜਿਹੜਾ ਨਾ ਇਲਾਜ ਨਹੀਂ ਹੈ। ਤੇ ਵੀਡੀਓ ਦੇ ਵਿੱਚ ਜੇ ਤੁਸੀਂ ਇਹ ਵੀਡੀਓ ਵੇਖੀ ਤਾਂ ਉਮੀਦ ਕਰਨਾ ਤੁਹਾਡਾ ਵੀ ਜਿਹੜਾ ਥੋੜ੍ਹਾ ਬਹੁਤਾ ਜੇ ਤੁਹਾਨੂੰ ਵੀ ਡਾਊਟ ਹੈ ਹੀ ਇਸ ਗੱਲ ਤੇ ਤੁਹਾਡਾ ਉਹ ਕਲੀਅਰ ਹੋ ਗਿਆ ਹੋਣਾ। ਤੇ ਮਿਲਾਦ ਮਨਾਉਣਾ 100% ਜਾਇਜ਼ ਹੈ ਤੇ ਹਰ ਮੁਸਲਮਾਨ ਨੂੰ ਚਾਹੀਦਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਦਾ ਦਿਨ ਜਿਹੜਾ 12 ਰਬੀਉਲ ਅੱਵਲ ਵਾਲਾ ਦਿਨ ਨੇ, ਉਹਦੇ ਤੇ ਗੱਜ ਵੱਜ ਕੇ ਜੋਸ਼ੋ ਖਰੋਸ਼ ਨਾਲ ਮਿਲਾਦ ਜਿੰਨਾ ਵੀ ਹੋ ਸਕੇ, ਥੋੜ੍ਹਾ ਬਹੁਤਾ ਜਿੰਨਾ ਵੀ ਕਰ ਸਕੇ ਕਰਕੇ ਮਿਲਾਦ ਮਨਾਉਣਾ ਚਾਹੀਦਾ। ਤੇ ਗਲੀ ਮੁਹੱਲੇ ਜਿਹੜੇ ਝੰਡੀਆਂ ਵਗੈਰਾ, ਲਾਈਟਾਂ ਵਗੈਰਾ ਵੀ ਲਗਾਉਣੀਆਂ ਚਾਹੀਦੀਆਂ ਨੇ ਤੇ ਧੂਮਧਾਮ ਨਾਲ ਮਿਲਾਦ ਕਰਨਾ ਚਾਹੀਦਾ। ਤੇ ਉਮੀਦ ਕਰਨਾ ਤੁਹਾਨੂੰ ਪਸੰਦ ਹੋਏਗਾ। ਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਕਿਸੇ ਰਿਕਮੈਂਡਡ ਵੀਡੀਓ ਤੇ ਮੈਂ ਰਿਐਕਸ਼ਨ ਦੇਵਾਂ, ਉਹਦੇ ਲਈ ਤੁਸੀਂ ਕਰਨਾ ਵੀਡੀਓ ਦਾ ਲਿੰਕ ਲੈ ਕੇ ਮੈਨੂੰ ਕਮੈਂਟ ਬਾਕਸ 'ਚ ਜਾਂ ਮੈਨੂੰ ਇੰਸਟਾਗ੍ਰਾਮ ਤੇ ਭੇਜ ਛੱਡਣਾ। ਓਰੀਜਨਲ ਵੀਡੀਓ ਦਾ ਲਿੰਕ ਮਿਲੇਗਾ ਤੁਹਾਨੂੰ ਡਿਸਕ੍ਰਿਪਸ਼ਨ 'ਚ, ਉਹਨਾਂ ਦੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ। ਉਸ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਨੇ ਤੁਹਾਨੂੰ ਨੈਕਸਟ ਵੀਡੀਓ 'ਚ, ਉਨੀ ਦੇਰ ਆਪਣਾ ਖਿਆਲ ਰੱਖੋ। ਅੱਲਾਹ ਹਾਫਿਜ਼।